हाँ जी स्टूडेंट्स, अज असी राष्ट्रीय सिक्ख्या नीति 1986 ते मुल्लां बारे गल करांगे। राष्ट्रीय सिक्ख्या नीति मुल्लां बारे की सिफारिशां दिंदी है, मुੱਲ सिक्ख्या किवें लैके आंदी जा सकदी है, ਜਾਂ ਸਾਡੇ ਦੇਸ਼ ਦੇ ਵਿੱਚ ਜੋ ਮੁੱਲਾਂ ਦੇ ਵਿੱਚ ਨਿਘਾਰ ਆ ਰਿਹਾ ਉਸ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਇਸ ਦੇ ਵਿੱਚ ਤੁਸੀਂ ਇੰਟਰੋਡਕਸ਼ਨ ਦੇਣੀ ਹੈ ਇਸ ਦੀ ਕਿ ਜਦੋਂ ਹੀ ਸਾਡੇ ਜਿਹੜੀ ਤਰੱਕੀ ਦਾ ਯੁੱਗ ਆ ਉਹ ਆਰੰਭ ਹੋਇਆ ਹੈ, ਉਹਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਤਬਦੀਲੀਆਂ ਨੇ ਜਿਹੜੀਆਂ ਉਹ ਆਈਆਂ ਨੇ, ਜਿਨ੍ਹਾਂ ਦੇ ਵਿੱਚ ਸਮਾਜਿਕ ਮੁੱਲਾਂ ਦਾ ਸਭ ਤੋਂ ਜ਼ਿਆਦਾ ਪਤਨ ਹੋਇਆ। ਉਦਯੋਗੀਕਰਨ ਤੇ ਸੰਸਾਰੀਕਰਨ ਦੀਆਂ ਕਿਰਿਆਵਾਂ ਨਾਲ ਨਿਆਏ, ਆਜ਼ਾਦੀ, ਸਮਾਨਤਾ ਤੇ ਮਨੁੱਖੀ ਅਧਿਕਾਰਾਂ ਆਦਿ ਦੇ ਮਸਲਿਆਂ ਨੂੰ ਜਨਮ ਮਿਲਿਆ ਹੈ। ਅੱਜ ਕੱਲ੍ਹ ਸਮਾਜ ਉੱਚ ਦਰਜੇ ਦਾ ਪਦਾਰਥਵਾਦੀ ਬਣ ਚੁੱਕਿਆ। ਪਦਾਰਥਵਾਦੀ ਕੀ ਹੁੰਦਾ? ਰੁਪਈਏ ਪੈਸੇ ਨੂੰ ਸਿਰਫ ਅਹਿਮੀਅਤ ਦੇਣ ਵਾਲਾ। ਮੁੱਲਾਂ ਨੂੰ ਨਾ ਮੰਨਣ ਤੇ ਮਾਨਤਾ ਦੇਣ ਦੇ ਕਾਰਨ ਮਨੁੱਖੀ ਜੀਵਨ ਦੇ ਸਾਰੇ ਪੱਖਾਂ ਵਿੱਚ ਜੁਰਮ, ਹਿੰਸਾ, ਲਾਲਚ ਆਦਿ ਦਾ ਪ੍ਰਸਾਰ ਹੋ ਗਿਆ। ਭਾਰਤ ਦਾ ਸਮਾਜਿਕ ਤੇ ਰਾਜਨੀਤਿਕ ਜੀਵਨ ਆ ਜਿਹੜਾ ਉਹ ਅਜਿਹੀ ਅਵਸਥਾ ਚੋਂ ਲੰਘ ਰਿਹਾ ਜੋ ਪੁਰਾਤਨ ਪ੍ਰਵਾਨਿਤ ਮੁੱਲਾਂ ਨੂੰ ਖੋਰਨ ਲਈ ਖਤਰਾ ਬਣ ਰਿਹਾ। ਇਸ ਲਈ ਇਹਨਾਂ ਦਾ ਉਪਚਾਰ ਕਰਨਾ ਬਹੁਤ ਜ਼ਰੂਰੀ ਆ। ਜਿਹੜਾ ਇਹਨਾਂ ਦਾ ਉਪਚਾਰ ਆ, ਸਿਰਫ ਮੁੱਲ ਭਰਪੂਰ ਸਿੱਖਿਆ ਹੀ ਸਾਨੂੰ ਇਸ ਖਤਰੇ ਤੋਂ ਬਚਾ ਸਕਦੀ ਹੈ। ਤਾਂ ਅਸੀਂ ਇੱਕ ਸਿੱਖਿਆ ਨੂੰ ਹੀ ਸਾਧਨ ਮੰਨਦੇ ਹਾਂ ਜਿਹੜੇ ਮੁੱਲਾਂ ਦੇ ਖੋਰੇ ਨੂੰ ਬਚਾ ਸਕਦੀ ਹੈ। ਤਾਂ ਇਹਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲੀ ਗੱਲ ਤਾਂ ਮੁੱਲ ਮੁਖੀ ਸਿੱਖਿਆ ਦੀ ਲੋੜ ਹੈ। ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਮੁੱਲਾਂ ਨੂੰ ਅਹਿਮੀਅਤ ਦਿੱਤੀ ਜਾਵੇ। ਤਾਂ ਰਾਸ਼ਟਰੀ ਸਿੱਖਿਆ ਨੀਤੀ ਨੇ ਮੁੱਲ ਮੁਖੀ ਸਿੱਖਿਆ ਦੀ ਲੋੜ 'ਤੇ ਜ਼ੋਰ ਦਿੱਤਾ। ਉਸਨੇ ਇਹ ਵਿਚਾਰ ਪ੍ਰਗਟਾਇਆ ਕਿ ਬਹੁਤ ਸੱਭਿਆਚਾਰਕ ਸਮਾਜ ਹੋਣ ਦੇ ਨਾਤੇ ਭਾਰਤ ਜਿਹੜਾ ਹੈ ਉਸ ਨੂੰ ਸਰਵ ਵਿਆਪਕ ਤੇ ਸਦੀਵੀ ਮੁੱਲਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਇਸ ਨਾਲ ਸਾਡੇ ਲੋਕਾਂ ਦੀ ਏਕਤਾ ਤੇ ਸੰਗਠਨਤਾ ਜਿਹੜੀ ਆ ਉਸ ਦਾ ਮੁਖੀ ਹੋਣਾ ਚਾਹੀਦਾ ਹੈ। ਅਜਿਹੀ ਮੁੱਲ ਸਿੱਖਿਆ ਨੂੰ ਰੂੜੀਵਾਦ, ਧਾਰਮਿਕ ਕੱਟੜਤਾ, ਹਿੰਸਾ, ਅੰਧ ਵਿਸ਼ਵਾਸ ਅਤੇ ਕਿਸਮਤਵਾਦ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਅਜਿਹੀ ਮੁਕਾਬਲੇਮਈ ਭੂਮਿਕਾ ਤੋਂ ਇਲਾਵਾ ਮੁੱਲ ਸਿੱਖਿਆ ਇੱਕ ਭਰਪੂਰ ਸਕਾਰਾਤਮਕ ਵਿਸ਼ਾ ਵਸਤੂ ਹੈ ਜੋ ਸਾਡੇ ਵਿਰਸੇ, ਰਾਸ਼ਟਰੀ ਤੇ ਸੱਭਿਆਚਾਰਕ ਉਦੇਸ਼ਾਂ ਦੇ ਅਨੁਭਵਾਂ ਤੋਂ ਤੇ ਆਧਾਰਿਤ ਹੁੰਦਾ ਹੈ। ਇਸ ਪ੍ਰਕਾਰ ਰਾਸ਼ਟਰੀ ਸਿੱਖਿਆ ਨੀਤੀ 1986 ਨੇ ਨੈਤਿਕ ਤੇ ਸਮਾਜਿਕ ਕੀਮਤਾਂ ਦੀ ਲੋੜ ਤੇ ਬਹੁਤ ਜ਼ੋਰ ਦਿੱਤਾ ਤੇ ਜ਼ਰੂਰੀ ਮੁੱਲਾਂ ਦੇ ਪਤਨ ਬਾਰੇ ਫਿਕਰ ਜ਼ਾਹਿਰ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਪਾਠਕ੍ਰਮ ਵਿੱਚ ਪੁਨਰਗਠਨ ਦਾ ਸੁਝਾਅ ਦਿੱਤਾ। ਪਾਠਕ੍ਰਮ ਵਿੱਚ ਪੁਨਰਗਠਨ ਹੈ ਜਿਹੜਾ, ਉਹਦੇ ਲਈ ਅਸੀਂ ਕੀ ਕਰਨਾ ਕਹਿੰਦੇ ਕਿ ਪਾਠਕ੍ਰਮ ਵਿੱਚ ਮੁੱਲਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਅਨੁਸਾਰ ਪਾਠਕ੍ਰਮ ਦਾ ਪੁਨਰਗਠਨ ਇਸ ਪ੍ਰਕਾਰ ਕੀਤਾ ਜਾਵੇ ਕਿ ਠੀਕ ਤਕਨੀਕਾਂ, ਉਚਿਤ ਰਣਨੀਤੀਆਂ ਨੂੰ ਅਪਣਾ ਕੇ ਸ਼੍ਰੇਣੀ ਕਮਰੇ ਦੇ ਅੰਦਰ ਤੇ ਬਾਹਰ ਦੇ ਮੁੱਲਾਂ ਨੂੰ ਪੇਸ਼ ਕੀਤਾ ਜਾ ਸਕੇ ਤੇ ਅਮਲ ਵਿੱਚ ਲਿਆਂਦਾ ਜਾ ਸਕੇ। ਇਸ ਸੰਬੰਧੀ ਰਾਸ਼ਟਰੀ ਸਿੱਖਿਆ ਨੀਤੀ 1986 ਨੇ ਅਗਵਾਈ ਦਿਸ਼ਾਵਾਂ ਪੇਸ਼ ਕੀਤੀਆਂ ਨੇ, ਜਿਹਦੇ ਵਿੱਚ ਜ਼ਰੂਰੀ ਮੁੱਲਾਂ ਦੇ ਖੁਰਨ ਅਤੇ ਸਮਾਜ ਵਿੱਚ ਵੱਧ ਰਹੇ ਸਨਕੀਵਾਦ ਕਾਰਨ ਪਾਠਕ੍ਰਮ ਵਿੱਚ ਸੰਗਠਨ ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਸਿੱਖਿਆ ਨੂੰ ਸਮਾਜਿਕ ਤੇ ਨੈਤਿਕ ਮੁੱਲਾਂ ਦੇ ਸੁਧਾਰ ਲਈ ਇੱਕ ਸ਼ਕਤੀਸ਼ਾਲੀ ਸਾਧਨ ਦੀ ਲੋੜ ਹੈ, ਜੋ ਸ਼ਕਤੀਸ਼ਾਲੀ ਸਾਧਨ ਦੇ ਰੂਪ ਵਿੱਚ ਲੋੜ ਹੈ। ਪਾਠਕ੍ਰਮ ਨੂੰ ਪੱਖਪਾਤ ਤੋਂ ਬਚਾਉਣ ਦੀ ਲੋੜ ਹੈ। ਭਾਰਤ ਵਿੱਚ ਇੱਕ ਬਹੁਤ ਸੱਭਿਆਚਾਰਕ ਸਮਾਜ ਹੋਣ ਕਾਰਨ ਮੁੱਲਾਂ ਨੂੰ ਕਿਸੇ ਧਾਰਮਿਕ ਸਿੱਖਿਆ ਨੂੰ ਅਪਣਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਇੱਥੇ ਵੱਖ-ਵੱਖ ਮਿਸ਼ਨ ਤੇ ਕਮੇਟੀਆਂ ਨੇ ਮੁੱਲ ਸਿੱਖਿਆ ਪ੍ਰਦਾਨ ਕਰਨ ਦੇ ਵੱਖ-ਵੱਖ ਢੰਗ ਦੱਸੇ ਨੇ। ਤਾਂ ਰਾਸ਼ਟਰੀ ਸਿੱਖਿਆ ਨੀਤੀ ਕੀ ਕਹਿੰਦੀ ਹੈ ਕਿ ਜਿਹੜੇ ਲਾਜ਼ਮੀ ਤੇ ਕੋਰ ਵਿਸ਼ੇ ਨੇ ਉਹਨਾਂ ਦੇ ਵਿੱਚ ਹੀ ਮੁੱਲ ਸਿੱਖਿਆ ਜਿਹੜੀ ਉਹ ਪਾਈ ਜਾਣੀ ਚਾਹੀਦੀ ਆ। ਰਾਸ਼ਟਰੀ ਸਿੱਖਿਆ ਨੀਤੀ 1986 ਨੇ ਆਪਣੇ ਲਾਜ਼ਮੀ ਵਿਸ਼ਿਆਂ ਦੇ ਅੰਤਰਗਤ ਸੰਵਿਧਾਨਕ ਫਰਜ਼, ਇਕਰਾਰਨਾਮੇ, ਭਾਰਤੀ ਸੁਤੰਤਰਤਾ ਦਾ ਇਤਿਹਾਸ, ਰਾਸ਼ਟਰੀ ਪਹਿਚਾਣ ਦੇ ਤੱਤਾਂ ਨੂੰ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਰਾਏ ਦਿੱਤੀ ਹੈ। ਇਸ ਢੰਗ ਨਾਲ ਸਾਡੇ ਵਿਦਿਆਰਥੀਆਂ ਵਿੱਚ ਲੋਕਤੰਤਰ ਤੇ ਰਾਸ਼ਟਰੀ ਮੁੱਲ, ਸਮਾਜਵਾਦ, ਲਿੰਗ ਸਮਾਨਤਾ, ਸਾਂਝਾ ਸੱਭਿਆਚਾਰ, ਭਾਰਤ ਦਾ ਵਿਰਸਾ, ਵਾਤਾਵਰਨ ਸੁਰੱਖਿਆ, ਛੋਟੇ ਪਰਿਵਾਰ ਦੀ ਮਹੱਤਤਾ ਤੇ ਵਿਗਿਆਨਕ ਪਹੁੰਚ ਅਪਣਾਉਣ ਦੇ ਗੁਣ ਨੇ ਜਿਹੜੇ ਤੇ ਮੁੱਲ ਨੇ ਉਹ ਸ਼ਾਮਿਲ ਹੋਣਗੇ।
ਅੱਗੇ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਸਮਾਜਿਕ ਤੇ ਨੈਤਿਕ ਮੁੱਲਾਂ ਦੇ ਪ੍ਰਵੇਸ਼ ਲਈ ਪਾਠਕ੍ਰਮ ਨੂੰ ਪੁਨਰ ਸੰਗਠਨ ਕਰਨਾ ਚਾਹੀਦਾ ਹੈ। ਇਹੀ ਇੱਕ ਸ਼ਕਤੀਸ਼ਾਲੀ ਸਾਧਨ ਦਾ ਜਿਹੜਾ ਰੂਪ ਹੋ ਸਕਦਾ ਹੈ, ਜਿਸ ਨਾਲ ਰੂੜੀਵਾਦ, ਅੰਧ ਵਿਸ਼ਵਾਸ, ਕੱਟੜਤਾ, ਅਨਪੜ੍ਹਤਾ ਤੇ ਕਿਸਮਤਵਾਦ ਦੂਰ ਹੋ ਸਕਣਗੇ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਹੈ ਕਿ ਸਿੱਖਿਆ ਨੀਤੀ ਹੈ ਜਿਹੜੀ ਸਿੱਖਿਆ ਦੀ ਰਾਸ਼ਟਰੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਰਾਸ਼ਟਰੀ ਸਿੱਖਿਆ ਪ੍ਰਬੰਧ ਬਾਰੇ ਉਹਨਾਂ ਨੇ ਵਿਚਾਰ ਪੇਸ਼ ਕੀਤਾ, ਜਿਹਨੂੰ ਨੈਸ਼ਨਲ ਕਰਿਕੂਲਮ ਫਰੇਮਵਰਕ ਬੋਲਿਆ ਜਾਂਦਾ ਹੈ। ਤਾਂ ਇਸ ਦੇ ਉੱਪਰ ਕਹਿੰਦੇ ਸਿੱਖਿਆ ਦਾ ਢਾਂਚਾ ਹੈ, ਜਿਹੜਾ ਪਾਠਕ੍ਰਮ ਦਾ ਢਾਂਚਾ, ਉਹ ਇਸ ਦੇ ਉੱਪਰ ਹੀ ਬਣਿਆ ਹੋਣਾ ਚਾਹੀਦਾ ਹੈ, ਜਿਸ ਵਿੱਚ ਸਾਂਝੇ ਕੋਰ ਵਿਸ਼ੇ ਮਤਲਬ ਲਾਜ਼ਮੀ ਜਿਹੜਾ ਪਾਠਕ੍ਰਮ ਆ ਉਹਦੇ ਨਾਲ ਨਾਲ ਹੋਰ ਭਾਗ ਵੀ ਸ਼ਾਮਲ ਕੀਤੇ ਜਾਣ ਜੋ ਲਚਕੀਲੇ ਹੋਣ। ਇਸ ਭਾਗ ਦੇ ਵਿੱਚ ਲਚਕੀਲੇ ਹੋਣ ਦਾ ਮਤਲਬ ਇਹਦੇ ਵਿੱਚ ਕਰੰਟ ਜਿਹੜੀਆਂ ਗੱਲਾਂ ਨੇ ਉਹ ਵੀ ਸ਼ਾਮਲ ਵਾਰੀ-ਵਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਭਾਰਤ ਦੀ ਸੁਤੰਤਰਤਾ ਦੀ ਲਹਿਰ ਦਾ ਇਤਿਹਾਸ, ਸੰਵਿਧਾਨਿਕ ਫਰਜ਼ ਅਤੇ ਹੋਰ ਵਿਸ਼ਾ ਵਸਤੂ ਜਿਸ ਨਾਲ ਰਾਸ਼ਟਰੀ ਪਹਿਚਾਣ ਦਾ ਪਾਲਣ ਪੋਸ਼ਣ ਹੋ ਸਕੇ, ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਪਾਠਕ੍ਰਮ ਦੇ ਇਹ ਤੱਤ ਸਾਰੇ ਵਿਸ਼ਿਆਂ ਵਿੱਚ ਸ਼ਾਮਿਲ ਹੋਣੇ ਚਾਹੀਦੇ ਨੇ। ਮੁੱਲਾਂ ਨੂੰ ਵਧਾਉਣ ਤੇ ਪ੍ਰਚਾਰ ਕਰਨ ਵਾਲੇ ਹੋਣੇ ਚਾਹੀਦੇ ਨੇ, ਜਿਵੇਂ ਕਿ ਭਾਰਤ ਦਾ ਸਾਂਝਾ ਸੱਭਿਆਚਾਰਕ ਵਿਰਸਾ, ਪੁਰਾਤਨਤਾ, ਸਮਾਨਤਾਵਾਦ, ਲੋਕਤੰਤਰ ਤੇ ਸਮਾਜਵਾਦ, ਲਿੰਗਿਕ ਸਮਾਨਤਾ, ਵਾਤਾਵਰਣ ਦੀ ਸੁਰੱਖਿਆ, ਸਮਾਜਿਕ ਰੁਕਾਵਟਾਂ ਜਾਂ ਬੰਧਨਾਂ ਤੋਂ ਛੁਟਕਾਰਾ, ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦਾ ਸਮਾਵੇਸ਼। ਇਸ ਤੋਂ ਬਿਨਾਂ ਸੱਭਿਆਚਾਰਕ ਵਿਸ਼ਾ ਵਸਤੂ 1986 ਦੀ ਨੀਤੀ ਤੇ ਪ੍ਰੋਗਰਾਮ ਐਕਸ਼ਨ 1992 ਨੇ ਠੀਕ ਹੀ ਕਿਹਾ, ਭਾਰਤ ਦੇ ਸਮਾਜਿਕ ਰਾਜਨੀਤਿਕ ਜੀਵਨ ਵੀ ਇੱਕ ਅਜਿਹੀ ਅਵਸਥਾ ਵਿੱਚੋਂ ਲੰਘ ਰਿਹਾ ਹੈ ਜੋ ਸਾਡੇ ਪੁਰਾਣੇ ਸਮੇਂ ਤੋਂ ਸਵੀਕ੍ਰਿਤ ਮੁੱਲਾਂ ਦੇ ਖੁਰਨ ਲਈ ਖਤਰਾ ਸਿੱਧ ਹੋ ਰਿਹਾ ਹੈ। ਸਮਾਜਵਾਦ, ਧਰਮ ਨਿਰਪੱਖਵਾਦ, ਲੋਕਤੰਤਰ, ਵਿਵਸਾਇਕ ਨੈਤਿਕਤਾ ਦੇ ਨਿਸ਼ਾਨੇ ਦਿਨੋਂ ਦਿਨ ਤਣਾਅ ਸਿੱਧ ਹੋ ਰਹੇ ਨੇ, ਤਣਾਅ ਨੂੰ ਵਧਾ ਰਹੇ ਨੇ। ਰਾਸ਼ਟਰੀ ਸਿੱਖਿਆ ਨੀਤੀ ਨੇ ਇਸ ਸੰਬੰਧ 'ਚ ਠੀਕ ਹੀ ਕਿਹਾ, ਪਾਠਕ੍ਰਮ ਤੇ ਸਿੱਖਿਆ ਦੀ ਪ੍ਰਕਿਰਿਆ ਨੂੰ ਸੱਭਿਆਚਾਰਕ ਵਿਸ਼ੇ ਵਸਤੂ ਨਾਲ ਅਮੀਰ ਕੀਤਾ ਜਾਵੇਗਾ। ਇਸ ਵਿੱਚ ਵੱਧ ਤੋਂ ਵੱਧ ਪ੍ਰਦਰਸ਼ਨੀ, ਸੁੰਦਰਤਾ, ਇਕਸਾਰਤਾ ਤੇ ਸ਼ੁੱਧਤਾ ਹੋਣੀ ਚਾਹੀਦੀ ਹੈ। ਜੋ ਸਮੁਦਾਇ ਵਿੱਚੋਂ ਸਰੋਤ ਵਿਅਕਤੀ ਉਹਨਾਂ ਦੀ ਰਸਮੀ ਸਿੱਖਿਆ ਯੋਗਤਾਵਾਂ ਦੀ ਪਰਵਾਹ ਕੀਤੇ ਬਿਨਾਂ ਸੱਦੇ ਜਾਣ, ਜੋ ਸਿੱਖਿਆ ਨੂੰ ਸੱਭਿਆਚਾਰਕ ਤੌਰ ਤੇ ਅਮੀਰ ਬਣਾਉਣ ਵਿੱਚ ਸਹਾਇਤਾ ਕਰਨਗੇ। ਇਟ ਮੀਨਜ਼ ਕਮਿਊਨਿਟੀ ਦੇ ਵਿੱਚੋਂ ਇਸ ਤਰ੍ਹਾਂ ਦੇ ਬੁੱਧੀਜੀਵੀ ਬੁਲਾਉਣੇ ਜਿਹੜੇ ਜਿਨ੍ਹਾਂ ਦਾ ਜ਼ਰੂਰੀ ਨਹੀਂ ਕਿ ਡਿਗਰੀਆਂ ਹਾਸਲ ਕੀਤੀਆਂ ਹੋਣ, ਉਹ ਯੋਗ ਹੋਣ, ਇਸ ਚੀਜ਼ ਨੂੰ ਬਿਨਾਂ ਦੇਖੇ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਸਮਾਜ ਦੇ ਵਿੱਚ ਪਹਿਲ ਦੇ ਆਧਾਰ ਤੇ ਬੁਲਾਉਣੇ ਚਾਹੀਦੇ ਨੇ, ਜਿਹੜੇ ਸਾਡੀ ਸਿੱਖਿਆ ਦੇ ਵਿੱਚ ਸੱਭਿਆਚਾਰ ਨੂੰ ਸ਼ਾਮਲ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਰਾਏ ਆ ਉਹ ਦੇਣਗੇ। ਫਿਰ ਹੈਗਾ ਕਲਚਰ ਪਰਸਪੈਕਟਿਵ, ਸੱਭਿਆਚਾਰਕ ਦ੍ਰਿਸ਼ਟੀਕੋਣ। ਰਾਸ਼ਟਰੀ ਸਿੱਖਿਆ ਨੀਤੀ ਨੇ ਸਪਸ਼ਟ ਤੌਰ ਤੇ ਸੱਭਿਆਚਾਰਕ ਪ੍ਰਖੇਪ ਨੂੰ ਵਿਸ਼ੇ ਵਸਤੂ ਤੇ ਸਿੱਖਿਆ ਦੀ ਪ੍ਰਕਿਰਿਆ ਵਿੱਚ ਮੁੱਲਾਂ ਨੂੰ ਵਧਾਉਣ ਦਾ ਇੱਕ ਵੱਡਾ ਕਦਮ ਮੰਨਿਆ ਹੈ। ਇਸ ਨੇ ਸਲਾਹ ਦਿੱਤੀ ਹੈ ਕਿ ਪਾਠਕ੍ਰਮ ਵਿੱਚ ਰਾਸ਼ਟਰੀ ਕੋਰ ਪਾਠਕ੍ਰਮ ਨੂੰ ਸ਼ਾਮਲ ਕੀਤਾ ਜਾਵੇ, ਜਿਸ ਨਾਲ ਨਿਰਪੱਖਤਾ, ਵਿਗਿਆਨਕ ਅਤੇ ਨੈਤਿਕਤਾ ਨੂੰ ਹੁਲਾਰਾ ਮਿਲੇ, ਜਿਸ ਨਾਲ ਵਿਭਿੰਨਤਾਵਾਂ ਦੇ ਬਾਵਜੂਦ ਸਾਡੇ ਸਮੁੱਚੇ ਸਾਂਝੇ ਸੱਭਿਆਚਾਰ ਬਾਰੇ ਇੱਕ ਮਤ ਪੈਦਾ ਹੋ ਸਕੇ, ਵਾਤਾਵਰਣ ਦੀ ਸੁਰੱਖਿਆ ਦੀ ਮਹੱਤਤਾ ਸੰਬੰਧੀ ਜਾਗਰੂਕਤਾ ਉਤਪੰਨ ਹੋ ਸਕੇ, ਛੋਟੇ ਪਰਿਵਾਰਕ ਨਿਯਮਾਂ ਦਾ ਪਤਾ ਲੱਗ ਸਕੇ, ਨੌਜਵਾਨਾਂ ਨੂੰ ਹੱਥੀਂ ਕਾਰਜ ਤੇ ਸਮਾਜਿਕ ਸੇਵਾ ਕਰਨ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਜਾ ਸਕੇ। ਰਾਸ਼ਟਰੀ ਸਿੱਖਿਆ ਨੀਤੀ ਨੇ ਠੀਕ ਹੀ ਸਾਡੇ ਜੀਵਨ ਦੇ ਸਾਰੇ ਪੱਖਾਂ ਵਿੱਚ ਮੁੱਲਾਂ ਦੇ ਪਤਨ ਦਾ ਜ਼ਿਕਰ ਕੀਤਾ ਹੈ। ਇਸ ਲਈ ਉਸਨੇ ਸਿੱਖਿਆ ਦੀਆਂ ਸਾਰੀਆਂ ਅਵਸਥਾਵਾਂ ਤੋਂ ਭਾਵ ਪ੍ਰਾਇਮਰੀ, ਸੈਕੰਡਰੀ ਤੇ ਹਾਇਰ ਐਜੂਕੇਸ਼ਨ, ਵਿਸ਼ੇਸ਼ ਕਰਕੇ ਸਕੂਲ ਵਿਵਸਥਾ ਵਿੱਚ ਮੁੱਲਾਂ ਨੂੰ ਸ਼ਾਮਲ ਕਰਨ ਤੇ ਜ਼ੋਰ ਦਿੱਤਾ ਹੈ। ਰਾਸ਼ਟਰੀ ਸਿੱਖਿਆ ਨੀਤੀ ਨੇ 1986 ਨੇ ਨੈਤਿਕ ਤੇ ਸਮਾਜਿਕ ਮੁੱਲਾਂ ਦੀ ਸਿੱਖਿਆ ਦੇਣ ਤੇ ਜ਼ੋਰ ਦਿੱਤਾ ਹੈ। ਜ਼ਰੂਰੀ ਮੁੱਲਾਂ ਦੇ ਪਤਨ ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਪਾਠਕ੍ਰਮ ਦੀ ਪੁਨਰ ਸੰਗਠਨਤਾ ਉੱਪਰ ਜ਼ੋਰ ਦਿੱਤਾ ਹੈ। ਸਕੂਲ ਪ੍ਰੋਗਰਾਮ ਨੂੰ ਇਸ ਤਰ੍ਹਾਂ ਸੈੱਟ ਕਰਨ ਲਈ ਕਿਹਾ ਜਿਸ ਨਾਲ ਸਿੱਖਿਆ ਸਮਾਜਿਕ, ਭਾਵਨਾਤਮਕ, ਨੈਤਿਕ ਮੁੱਲਾਂ ਦਾ ਵਿਕਾਸ ਕਰ ਸਕੇ।
ਅਤੇ ਇਕੱਲਤਾ, ਰੂੜੀਵਾਦ, ਕੱਟੜਤਾ, ਹਿੰਸਾ, ਅੰਧ ਵਿਸ਼ਵਾਸ ਅਤੇ ਕਿਸਮਤਵਾਦ ਆਦਿ ਦੇ ਵਿਕਾਰਾਂ ਦੀ ਸਮੱਸਿਆ ਤੇ ਕਾਬੂ ਪਾ ਸਕੇ। ਦੂਸਰੇ ਸ਼ਬਦਾਂ 'ਚ ਜੇ ਅਸੀਂ ਕਹੀਏ ਤਾਂ ਰਾਸ਼ਟਰੀ ਸਿੱਖਿਆ ਨੀਤੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਕੂਲ ਪ੍ਰੋਗਰਾਮ ਤੇ ਸਕੂਲ ਪਾਠਕ੍ਰਮ ਵਿੱਚ ਅਜਿਹੀਆਂ ਕਿਰਿਆਵਾਂ ਸ਼ਾਮਿਲ ਹੋਣ ਜਿਨ੍ਹਾਂ ਨਾਲ ਵਰਤਮਾਨ ਸਮੱਸਿਆਵਾਂ ਦੇ ਮਸਲਿਆਂ ਨੂੰ ਖਤਮ ਕੀਤਾ ਜਾ ਸਕੇ। ਮੁੱਲ ਜਾਗਰੂਕਤਾ, ਮੁੱਲ ਸਪਸ਼ਟਤਾ, ਮੁੱਲ ਸਮਾਵੇਸ਼ਤਾ, ਮੁੱਲ ਮਜ਼ਬੂਤੀ ਨੂੰ ਪੱਕਿਆ ਕੀਤਾ ਜਾ ਸਕੇ, ਤਾਂ ਹੀ ਰਾਸ਼ਟਰ ਦਾ ਭਲਾ ਹੋ ਸਕੇਗਾ। ਤਾਂ ਇਹ ਰਾਸ਼ਟਰੀ ਸਿੱਖਿਆ ਨੀਤੀ ਨੇ ਸਾਨੂੰ ਵਿਚਾਰ ਦਿੱਤੇ ਨੇ। ਇਸ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਜੋ ਵੀ ਕਮੀਆਂ ਰਹੀਆਂ ਨੇ ਉਸ ਲਈ ਸੁਧਾਰ ਲਈ ਕਿਰਿਆਤਮਕ ਪ੍ਰੋਗਰਾਮ ਆ ਜਿਹੜਾ ਉਹ ਆ। ਤਾਂ ਇਸ ਨੇ ਵੀ ਮੁੱਲ ਸਿੱਖਿਆ ਤੇ ਖੁੱਲ੍ਹ ਕੇ ਵਿਚਾਰ ਜਿਹੜਾ ਰਾਸ਼ਟਰੀ ਸਿੱਖਿਆ ਨੀਤੀ ਨੇ ਕੀਤਾ ਹੈ ਤਾਂ ਉਸ ਦੇ ਉੱਤੇ ਆਪਣੇ ਵਿਚਾਰ ਦਿੱਤੇ ਨੇ। ਵਿਆਪਕ ਰੂਪ ਵਿੱਚ ਮੁੱਲ ਸਿੱਖਿਆ ਨੂੰ ਵਿਆਪਕ ਸੱਭਿਆਚਾਰ ਸਿੱਖਿਆ ਵਾਂਗ ਵਿਆਖਿਆ ਕੀਤੀ ਆ, ਜਿਸ ਨਾਲ ਅੰਧ ਵਿਸ਼ਵਾਸ, ਰੂੜੀਵਾਦ, ਧਾਰਮਿਕ ਕੱਟੜਤਾ ਤੇ ਹੋਰ ਸੰਕੀਰਨ ਵਫਾਦਾਰੀਆਂ ਨੂੰ ਦੂਰ ਕੀਤਾ ਜਾ ਸਕੇ। ਇਸ ਲਈ ਉਸਨੇ ਸਕਾਰਾਤਮਕ ਪਹੁੰਚ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ ਹੈ, ਜਿਸ ਵਿੱਚ ਭਾਰਤੀ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਆਧਾਰ ਮਿਲੂਗਾ ਤੇ ਜਿਸ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ, ਏਕਤਾ ਤੇ ਰਾਸ਼ਟਰੀ ਸੰਗਠਨਤਾ ਉੱਤੇ ਵਿਸ਼ੇਸ਼ ਰੂਪ ਵਿੱਚ ਕੇਂਦਰਿਤ ਹੋਵੇਗਾ। ਇਸ ਤਰ੍ਹਾਂ ਦਾ ਪਾਠਕ੍ਰਮ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਭਾਵੇਂ ਸਭ ਲੋਕਾਂ ਨੇ ਸਕੂਲ ਸਿੱਖਿਆ ਵਿੱਚ ਮੁੱਲਾਂ ਨੂੰ ਸ਼ਾਮਲ ਕਰਨ ਦੀ ਹਿਮਾਇਤ ਕੀਤੀ ਹੈ, ਪਰ ਇਸ ਲਈ ਨਿਸ਼ਚਿਤ ਰਣਨੀਤੀ ਤੇ ਢੰਗਾਂ ਬਾਰੇ ਕੋਈ ਪ੍ਰੈਕਟੀਕਲ ਪਹੁੰਚ ਪੇਸ਼ ਨਹੀਂ ਕੀਤੀ। ਇਸ ਦਸਤਾਵੇਜ਼ ਨੇ ਸਿਰਫ ਇਹੀ ਕਿਹਾ ਹੈ ਕਿ ਮੁੱਲ ਸਿੱਖਿਆ ਨੂੰ ਇੱਕ ਵੱਖਰੇ ਵਿਸ਼ੇ ਵਾਂਗ ਨਾ ਪੜ੍ਹਾਇਆ ਜਾਵੇ, ਸਗੋਂ ਇਸ ਨੂੰ ਸਕੂਲਾਂ ਕਾਲਜਾਂ ਦੀਆਂ ਅਕਾਦਮਿਕ ਸਹਿਪਾਠੀ ਕਿਰਿਆਵਾਂ ਵਿੱਚ ਸ਼ਾਮਿਲ ਕਰਕੇ ਪੜ੍ਹਾਇਆ ਜਾਵੇ। ਪਰੰਤੂ ਇਸ ਕੰਮ ਲਈ ਸਾਡੇ ਅਧਿਆਪਕਾਂ ਕੋਲ ਨਾ ਤਾਂ ਟਾਈਮ ਆ, ਨਾ ਹੀ ਗਿਆਨ ਅਤੇ ਨਾ ਹੀ ਸਿਖਲਾਈ ਆ। ਇਸ ਲਈ ਇਹਨਾਂ ਘਾਟਾਂ ਨੂੰ ਦੂਰ ਕਰਕੇ ਹੀ ਸਾਡੇ ਵਿਦਿਆਰਥੀਆਂ ਨੂੰ ਕੋਈ ਸਾਰਥਕ ਮੁੱਲ ਸਿੱਖਿਆ ਦਿੱਤੀ ਜਾ ਸਕਦੀ ਹੈ। ਤਾਂ ਇਹ ਸੀਗਾ ਸਾਡਾ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਸਾਰ ਜਿਹੜੀ ਮੁੱਲ ਨੇ ਉਹ ਕਿਵੇਂ ਦੇ ਹੋਣੇ ਚਾਹੀਦੇ ਨੇ, ਕਿੰਨੀ ਲੋੜ ਆ ਉਹਨਾਂ ਦੀ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ। ਅੱਗੇ ਫਿਰ ਮਿਲਦੇ ਆ ਨੈਕਸਟ ਵੀਡੀਓ 'ਚ। ਓਕੇ, ਥੈਂਕਸ।